ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਚਰਚਾ ਬਹੁਤ ਚੱਲ ਰਹੀ ਹੈ ਨੈਟ ਦੇ ਉੱਤੇ ਕਿ ਮੱਕਾ ਕੁਝ ਕਹਿੰਦੇ ਨੇ ਘੁੰਮਿਆ ਤੇ ਕੁਝ ਕਹਿੰਦੇ ਨੇ ਨਹੀਂ ਘੁੰਮਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਮੱਕੇ ਦੀ ਯਾਤਰਾ ਤੇ ਗਏ ਸੀ, ਭਾਈ ਗੁਰਦਾਸ ਨੇ ਲਿਖ ਦਿੱਤਾ ਕਿ ਫਿਰਿਆ ਮੱਕਾ ਕਲਾ ਦਿਖਾਰੀ। ਸਾਡੇ ਪ੍ਰਚਾਰਕਾਂ ਨੂੰ ਅਤੇ ਲੇਖਕਾਂ ਨੂੰ ਹੈਰਾਨੀ ਦੀ ਗੱਲ ਹੈ, ਇੰਨੀ ਛੋਟੀ ਬੁੱਧੀ ਹੈ, ਇੱਕ ਪੰਕਤੀ ਨੂੰ ਲੈ ਕੇ ਸਾਰੇ ਪਾਸੇ ਘੁਮਾ ਦੇਣਗੇ ਤੇ ਬਾਕੀ ਹੋਰ ਪੰਕਤੀਆਂ ਕੀ ਕੀ ਨੇ ਉਹ ਕਦੀ ਨਹੀਂ ਪੜ੍ਹਦੇ ਹੈਗੇ। ਮੈਂ 15 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਬੋਲਣ ਵਾਸਤੇ ਗਿਆ। ਸਲੋਹ ਗੁਰਦੁਆਰੇ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਵੀਰ ਹਰਬੰਸ ਸਿੰਘ, ਜਿਹੜਾ ਕਿ ਗੁਰਦੁਆਰੇ ਦਾ ਪ੍ਰਧਾਨ ਸੀ ਸਲੋਹ ਗੁਰਦੁਆਰੇ ਦਾ, ਤੇ ਉਹਨਾਂ ਨੇ ਮੈਨੂੰ ਬੁਲਾਇਆ। ਮੈਂ ਉੱਥੇ ਜਦੋਂ ਗਿਆ ਤਾਂ 2 ਕਥਾਵਾਚਕ ਹੋਰ ਵੀ ਆਏ ਹੋਏ ਸੀ। ਸਾਨੂੰ ਤਿੰਨਾਂ ਨੂੰ ਉਹਨੇ ਅੱਧਾ ਘੰਟਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਬੋਲਣ ਦਾ ਟਾਈਮ ਦਿੱਤਾ। ਪਹਿਲਾਂ ਦੋਵੇਂ ਪ੍ਰਚਾਰਕਾਂ ਨੇ ਕਰਾਮਾਤੀ ਕਹਾਣੀਆਂ ਸੁਣਾਈਆਂ, ਪਰ ਮੇਰੇ ਤੋਂ ਰਹਿ ਨਹੀਂ ਹੋਇਆ ਕਿ ਜੋ ਹੋਵੇਗੀ ਵੇਖੀ ਜਾਏਗੀ। ਮੈਂ ਉੱਥੇ ਜੋ ਬੋਲਿਆ ਉਹ ਮੱਕੇ ਬਾਰੇ ਹੀ ਸੀ ਕਿ ਮੱਕਾ ਘੁਮਾਉਣ ਦਾ ਅਸਲ ਮਕਸਦ ਕੀ ਹੈ, ਉਹ ਘੁੰਮਿਆ ਕਿ ਨਹੀਂ ਘੁੰਮਿਆ, ਇਹਦੇ ਮਾਇਨੇ ਕੀ ਨੇ। ਮੈਂ ਇਹ ਗੱਲ ਦੀ ਜਦੋਂ ਵਿਆਖਿਆ ਕੀਤੀ ਤਾਂ ਦੋਵਾਂ ਕਥਾਵਾਚਕਾਂ ਨੂੰ ਸਰਦਾਰ ਹਰਵੰਸ ਸਿੰਘ ਨੇ ਉਹਨਾਂ ਦੀ ਬਣਦੀ ਸੇਵਾ ਦੇ ਕੇ ਵਿਦਾ ਕਰ ਦਿੱਤਾ ਤੇ ਮੈਨੂੰ ਦਫ਼ਤਰ 'ਚ ਬੁਲਾ ਕੇ ਕਹਿਣ ਲੱਗਿਆ, ਗਿਆਨੀ ਜੀ ਤੁਹਾਡੇ ਕਿੰਨੇ ਵੀਕ ਖਾਲੀ ਨੇ? ਮੈਂ ਕਿਹਾ ਜੀ ਮੇਰੇ ਤਾਂ 6 ਮਹੀਨੇ ਖਾਲੀ ਪਏ ਨੇ। ਕਹਿਣ ਲੱਗਿਆ ਫਿਰ 6 ਦੇ 6 ਮਹੀਨੇ ਤੋਂ ਇੱਥੇ ਲਵਾਉਣੇ ਆ। ਇਹ ਜ਼ਿੰਦਗੀ 'ਚ ਪਹਿਲੀ ਵਾਰੀ ਸੱਚ ਸੁਣਿਆ, ਤੇ ਨਹੀਂ ਤਾਂ ਇਹੋ ਜਿਹਾ ਸੱਚ ਕਦੇ ਕੋਈ ਸੁਣਾਉਣ ਨੂੰ ਤਿਆਰ ਨਹੀਂ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ, ਕਿਉਂਕਿ ਪ੍ਰਧਾਨ ਜੀ ਆਪ ਪੜ੍ਹੇ ਲਿਖੇ ਸਨ ਤੇ ਇਹੋ ਜਿਹੇ ਵਿਗਿਆਨਕ ਸੱਚ ਨੂੰ ਪ੍ਰਵਾਨ ਕਰਦੇ ਸਨ। ਮੈਂ ਉੱਥੇ 6 ਮਹੀਨੇ ਫਿਰ ਬਿਤਾਏ ਤੇ ਸੰਗਤਾਂ ਨੇ ਮਾਣ ਦਿੱਤਾ, ਪ੍ਰਬੰਧਕਾਂ ਨੇ ਮਾਣ ਦਿੱਤਾ। ਉਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਮੈਂ ਆਪਣੀ ਕਿਤਾਬ ਦੇ ਵਿੱਚ ਮੱਕੇ ਵਾਲੀ ਇਹ ਸਾਖੀ ਪਾਈ ਹੋਈ ਹੈ। ਹੁਣ ਗੁਰੂ ਪਿਆਰ ਵਾਲਿਓ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਗਏ ਨੇ ਤਾਂ ਉਦੋਂ ਪਹਿਲਾਂ ਇਹ ਸੋਚੋ ਕਿ ਮੱਕਾ ਘੁਮਾਉਣ ਦੀ ਕਰਾਮਾਤ ਤਾਂ ਉਹਨਾਂ ਨੇ ਵਿਖਾ ਦਿੱਤੀ, ਪਰ ਉਡਾਰੀ ਮਾਰ ਕੇ ਉਹ ਮੱਕੇ ਕਿਉਂ ਨਹੀਂ ਪਹੁੰਚ ਗਏ ਸਿੱਧੇ? ਉਦੋਂ ਕਰਾਮਾਤ ਕਿਉਂ ਨਹੀਂ ਵਿਖਾਈ? 3 ਸਾਲ ਦਾ 3.5 ਸਾਲ ਦਾ ਸਮਾਂ ਮੱਕੇ ਦੀ ਯਾਤਰਾ ਤੇ ਲਾਇਆ ਤੇ ਇੰਨਾ ਸਮਾਂ ਲਾਉਣ ਦੀ ਕੀ ਲੋੜ ਪਈ ਸੀ? ਉਡਾਰੀ ਮਾਰ ਕੇ ਸਿੱਧੇ ਉੱਥੇ ਪਹੁੰਚ ਜਾਂਦੇ, ਪਰ ਉਦੋਂ ਕਰਾਮਾਤ ਨਹੀਂ ਵਰਤਾਈ। ਇਹ ਜਿਹੜੇ ਸਾਡੇ ਭਰਾ ਨੇ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਸਕਣਗੇ। ਹੁਣ ਜਦੋਂ ਉੱਥੇ ਗੁਰੂ ਨਾਨਕ ਸਾਹਿਬ ਪਹੁੰਚ ਹੀ ਗਏ ਨੇ ਤੇ ਉਹਨਾਂ ਨੂੰ ਮੱਕਾ ਘਮਾਉਂਦਿਆਂ ਵਿਖਾਇਆ ਜਾਂਦਾ, ਪਰ ਹੈਰਾਨੀ ਹੈ ਇਹਨਾਂ ਬਹੁਤੇ ਬੁਲਾਰਿਆਂ ਨੂੰ ਤੇ ਕਥਾਵਾਚਕਾਂ ਨੂੰ ਇਹ ਵੀ ਨਹੀਂ ਪਤਾ ਮੱਕਾ ਇੱਕ ਸ਼ਹਿਰ ਦਾ ਨਾਮ ਹੈ ਤੇ ਉਸ ਮੱਕੇ ਸ਼ਹਿਰ ਦੇ ਵਿੱਚ ਜਿਹੜੀ ਇਹ ਮਸਜਿਦ ਬਣੀ ਹੋਈ ਆ ਵੱਡੀ, ਜਿਹਨੂੰ ਕਾਬਾ ਕਹਿੰਦੇ ਨੇ, ਜਿਹੜਾ ਕਿ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ ਤੇ ਜਿਹਨੂੰ ਇਹ ਸਭ ਤੋਂ ਹੋਰ ਪਵਿੱਤਰ ਮੰਨਦੇ ਨੇ। ਕਾਬੇ ਦੇ ਅੰਦਰ ਮੁਸਲਮਾਨ ਭਰਾ ਉਹਨੂੰ ਇੱਕ ਮਹਿਰਾਬ ਕਹਿੰਦੇ ਨੇ। ਮਹਿਰਾਬ ਹੁੰਦਾ ਇੱਕ ਡਾਟ, ਇੱਕ ਦਰਵਾਜ਼ਾ। ਤੇ ਐਸ ਜਿਹੜੀ ਰਾਤ ਨੂੰ ਗੁਰੂ ਨਾਨਕ ਸਾਹਿਬ ਹੋਰੀ ਜਦੋਂ ਪਹੁੰਚੇ ਹੈ, ਭੋਜਨ ਪ੍ਰਸ਼ਾਦਾ ਕਰਕੇ ਜਦੋਂ ਲੰਮੇ ਪੈ ਗਏ, ਉਸ ਡਾਟ ਮਹਿਰਾਬ ਵੱਲ ਗੁਰੂ ਨਾਨਕ ਸਾਹਿਬ ਨੇ ਪੈਰ ਕਰ ਲਏ। ਮੁਸਲਮਾਨਾਂ ਦੇ ਵਿਸ਼ਵਾਸ ਮੁਤਾਬਕ ਉਧਰ ਪੈਰ ਨਹੀਂ ਕਰੀਦੇ। ਤੇ ਇੱਕ ਮੁਸਲਮਾਨ ਆਇਆ, ਉਹਨੇ ਵੇਖਿਆ ਇਹ ਬੰਦਾ ਅਣਜਾਣ ਹੈ ਤੇ ਹੋ ਸਕਦਾ ਕਾਫਰ ਹੋਵੇ ਕੋਈ, ਤੇ ਇਹਦੇ ਇੱਧਰ ਮਹਿਰਾਬ ਵੱਲ ਪੈਰ ਨਹੀਂ ਹੋਣੇ ਚਾਹੀਦੇ। ਤੇ ਉਹਨੇ ਪਹਿਲਾਂ ਤਾਂ ਉਠਾਇਆ, ਜਗਾਇਆ, ਪਰ ਗੁਰੂ ਨਾਨਕ ਸਾਹਿਬ ਨਹੀਂ ਉੱਠੇ ਤਾਂ ਉਹਨੇ ਪੈਰ ਪਕੜ ਕੇ ਦੂਜੇ ਪਾਸੇ ਕਰ ਦਿੱਤੇ। ਹੁਣ ਇੱਥੇ ਜੀਵਨ ਮਾਰੀ ਲੱਤ ਦੀ ਭਾਈ ਕਾਨ੍ਹ ਸਿੰਘ ਨਾਭਾ ਦਾ ਤੁਸੀਂ ਆਪ ਮਹਾਨ ਕੋਸ਼ ਪੜ੍ਹ ਕੇ ਵੇਖ ਲਿਓ। ਸਾਡੇ ਭਰਾਵਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੈ ਉਹ ਜੀਵਨ ਮੈਨੇ ਇੱਕ ਮੌਲਵੀ ਨੂੰ ਜੀਵਨ ਆਖੀ ਜਾਂਦੇ ਨੇ, ਜਦੋਂ ਕਿ ਜੀਵਨ ਦਾ ਮਹਿਨਾ ਮੌਲਵੀ ਨਹੀਂ ਹੈ, ਕਿਉਂਕਿ ਇਹੋ ਜਿਹੇ ਨਾਮ ਵਾਲੇ ਮੌਲਵੀ, ਜਿਹੜਾ ਕਿ ਹਿੰਦੂ ਨਾਮ ਹੈ, ਉਧਰਲੇ ਮੱਕੇ ਆਦਿਕ 'ਚ ਹੋ ਹੀ ਨਹੀਂ ਸਕਦੇ। ਇਹ ਜੀਵਨ ਦਾ ਮਹਿਨਾ ਹੈ ਚੋਟ ਮਾਰਨੀ, ਤਕਲੀਫ ਦੇਣੀ, ਸੱਟ ਮਾਰਨੀ। ਤੇ ਉਸ ਇੱਕ ਮੁਸਲਮਾਨ ਮੌਲਵੀ ਨੇ ਗੁਰੂ ਸਾਹਿਬ ਨੂੰ ਸੱਟ ਮਾਰੀ, ਚੋਟ ਮਾਰੀ, ਲੱਤੋਂ ਪਕੜ ਕੇ ਦੂਜੇ ਪਾਸੇ ਕੀਤਾ। ਇਹ ਕਿਹਾ ਭਾਈ ਗੁਰਦਾਸ ਨੇ। ਤੇ ਸਾਡਿਆਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਜੀਵਨ ਦਾ ਮਹਿਨਾ ਕੀ ਹੁੰਦਾ। ਖੈਰ, ਕਹਿੰਦੇ ਜੀ ਮੱਕਾ ਘੁੰਮ ਗਿਆ। ਭਲਿਓ ਇਹ ਤਾਂ ਸੋਚ ਲਓ, ਮੱਕਾ ਇੱਕ ਬਹੁਤ ਵੱਡਾ ਸ਼ਹਿਰ ਹੈ। ਜੇ ਸਾਰਾ ਸ਼ਹਿਰ ਘੁੰਮ ਗਿਆ ਤਾਂ ਗੁਰੂ ਨਾਨਕ ਸਾਹਿਬ ਦੇ ਪੈਰ ਵੀ ਉੱਧਰ ਹੀ ਚਲੇ ਗਏ ਤੇ ਸਾਡਾ ਕਾਬਾ ਵੀ ਉੱਧਰ ਹੀ ਚਲਾ ਗਿਆ ਤੇ ਸਾਰੇ ਲੋਕਾਂ ਦਾ ਮੂੰਹ ਵੀ ਉੱਧਰ ਹੀ ਹੋ ਗਿਆ। ਜਦੋਂ ਸਾਰੀ ਧਰਤੀ ਘੁੰਮ ਰਹੀ ਹੋਵੇ ਜਾਂ ਸਾਰਾ ਸ਼ਹਿਰ ਘੁੰਮ ਰਿਹਾ ਹੋਵੇ, ਉਦੋਂ ਕਿਸੇ ਬੰਦੇ ਦਾ ਮੂੰਹ ਹੋਰ ਪਾਸੇ ਨਹੀਂ ਹੋ ਸਕਦਾ, ਪੈਰ ਹੋਰ ਪਾਸੇ ਨਹੀਂ ਹੋ ਸਕਦੇ, ਕਿਉਂਕਿ ਉਹ ਤਾਂ ਸਾਰਾ ਕੁਝ ਹੀ ਘੁੰਮ ਰਿਹਾ, ਵਿੱਚ ਹੀ ਉਹ ਘੁੰਮਦਾ ਜਾ ਰਿਹਾ। ਇਹ ਕਹਾਣੀ ਇੱਥੇ ਸੋਚਿਆ ਹੀ ਨਹੀਂ ਕਿ ਅਸੀਂ ਕੀ ਕਹਿ ਰਹੇ ਹਾਂ। ਹੁਣ ਗੱਲ ਸੀ ਉੱਥੇ ਅਗਲੀ, ਗੁਰੂ ਸਾਹਿਬ ਨੂੰ ਉਹ ਲੋਕ ਫਿਰ ਅਗਲੇ ਦਿਨ ਟਾਈਮ ਲੈ ਕੇ ਇਕੱਠੇ ਹੋ ਕੇ ਕਹਿੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਰਾਤੀ ਕਿਉਂ ਕੀਤਾ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਨੂੰ ਟਾਈਮ ਦੇ ਦਿਓ, ਮੈਂ ਤੁਹਾਡੇ ਨਾਲ ਸਵਾਲ ਜਵਾਬ ਕਰਾਂਗਾ ਕਿ ਮੈਂ ਇੱਥੇ ਕਾਹਦੇ ਵਾਸਤੇ ਆਇਆ।
ਤੇ ਇੱਥੇ ਭਾਈ ਗੁਰਦਾਸ ਜੀ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹ ਸਾਨੂੰ ਭੁੱਲ ਗਈਆਂ ਨੇ। ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਸਾਰੇ ਕਾਜੀ ਮੁੱਲਾ ਇਕੱਠੇ ਹੋ ਗਏ, ਉਹ ਧਰਮ ਦੀ ਗੱਲ ਪੁੱਛਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਤੇ ਕਹਿ ਦਿੱਤਾ ਕਿ ਇੱਧਰ ਪੈਰ ਕਰਨੇ ਤੇ ਇੱਧਰ ਪੈਰ ਕਰਨੇ ਕੋਈ ਧਰਮ ਨਹੀਂ ਹੈ, ਫਿਰ ਧਰਮ ਕੀ ਹੈ ਸਾਨੂੰ ਉਹ ਤੇ ਦੱਸ ਦਿਓ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਹਨਾਂ ਹਾਜੀਆਂ ਨੂੰ ਅਤੇ ਮੌਲਵੀਆਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਤੁਸੀਂ ਚੰਗੇ ਇਨਸਾਨ ਨਹੀਂ ਬਣੇ, ਜੇ ਬੁਰਾਈਆਂ ਤੁਸੀਂ ਆਪਣੀ ਜ਼ਿੰਦਗੀ ਚੋਂ ਨਹੀਂ ਕੱਢੀਆਂ, ਤੁਸੀਂ ਦੋਵੇਂ ਰੋਵੋਗੇ, ਪਛਤਾਵੋਗੇ। ਚੰਗੇ ਮੌਲਵੀ, ਚੰਗੇ ਧਰਮੀ, ਚੰਗੇ ਮੁਸਲਮਾਨ ਤੁਸੀਂ ਨਹੀਂ ਬਣ ਸਕੋਗੇ। ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ, ਭਾਵੇਂ ਮੁਸਲਮਾਨ ਨੇ ਤੇ ਭਾਵੇਂ ਹਿੰਦੂ ਨੇ, ਰੱਬ ਦੇ ਦਰ ਤੇ ਇਹਨਾਂ ਨੂੰ ਕੋਈ ਮਾਣ ਨਹੀਂ ਮਿਲੇਗਾ, ਇਹ ਦੋਵੇਂ ਪਛਤਾਉਣਗੇ। ਰਾਹ ਸ਼ੈਤਾਨੀ ਦੁਨੀਆ ਗੋਈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨੇ ਤੁਸੀਂ ਭਾਵੇਂ ਧਰਮ ਸਥਾਨਾਂ 'ਚ ਬੈਠੇ ਹੋ ਪਰ ਤੁਸੀਂ ਬੁਰੇ ਕੰਮ ਕਰ ਰਹੇ ਹੋ, ਸ਼ੈਤਾਨ ਦੇ ਰਾਹ ਪਏ ਹੋਏ ਹੋ, ਤੁਸੀਂ ਧਰਮੀ ਇਨਸਾਨ ਨਹੀਂ ਹੋ। ਹੁਣ ਇੱਥੇ ਅਗਲੀ ਗੱਲ ਇੱਕ ਹੋਰ ਵਿਚਾਰ ਕਰਨ ਵਾਲੀ ਹੈ। ਸਾਡੇ ਭਰਾ ਤਾਂ ਇਹ ਵੀ ਆਖੀ ਜਾਂਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਉੱਥੇ ਜੁੱਤੀ ਰੱਖੀ ਹੋਈ ਹੈ, ਜੁੱਤੀ ਦੀ ਪੂਜਾ ਹੁੰਦੀ ਹੈ। ਉਹ ਭਲਿਓ ਕਦੇ ਸੋਚ ਕੇ ਤਾਂ ਵੇਖ ਲਓ, ਏਡੇ ਵੱਡੇ ਧਰਮ ਸਥਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੁੱਤੀ ਉਹ ਰਹਿਣ ਦੇਣਗੇ? ਕੋਈ ਸਾਡੇ ਦਰਬਾਰ ਸਾਹਿਬ ਦੇ ਵਿੱਚ ਤਾਂ ਕੀ, ਕਿਸੇ ਛੋਟੇ ਗੁਰਦੁਆਰੇ ਦੇ ਵਿੱਚ ਕੋਈ ਬਗਾਨਾ ਬੰਦਾ ਜੁੱਤੀ ਧਰਨੀ ਤਾਂ ਦੂਰ ਦੀ ਗੱਲ, ਜੁੱਤੀ ਲੈ ਕੇ ਵੀ ਅੰਦਰ ਚਲਾ ਜਾਵੇ ਤਾਂ ਮਰਨ ਮਾਰਨ ਤੇ ਉਤਰਿਆਵਾਂਗੇ ਆਪਾਂ ਕਿ ਜੁੱਤੀ ਲੈ ਕੇ ਅੰਦਰ ਕਿਉਂ ਆਏ ਆ। ਜੇ ਕੋਈ ਹੋਰ ਸਾਧ ਸੰਤ ਆਦਿਕ ਆਖੇ ਕਿ ਮੈਂ ਬੜਾ ਪਹੁੰਚਿਆ ਹੋਇਆ ਮਹਾਂਪੁਰਖਾਂ, ਮੇਰੀ ਜੁੱਤੀ ਤੁਸੀਂ ਅੰਦਰ ਰੱਖ ਲਓ, ਅਸੀਂ ਰੱਖ ਲਵਾਂਗੇ, ਅਸੀਂ ਉਹਨੂੰ ਪਾਗਲ ਆਖਾਂਗੇ ਕਿ ਤੂੰ ਸਾਨੂੰ ਇਹ ਗੱਲ ਆਖੀ ਕਿਵੇਂ। ਪਰ ਅਸੀਂ ਰੋਜ਼ਾਨਾ ਪ੍ਰਚਾਰੀ ਜਾ ਰਹੇ ਹਾਂ, ਕਿਉਂਕਿ ਭਾਈ ਗੁਰਦਾਸ ਨੇ ਲਿਖਿਆ ਜੋ ਹੋਇਆ ਆਪਣੀ ਇੱਕ ਪੌੜੀ ਦੇ ਵਿੱਚ, ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਉੱਥੇ ਆਪਣੀ ਖੜਾਮ, ਆਪਣੀ ਜੁੱਤੀ ਰੱਖ ਦਿੱਤੀ। ਪਰ ਗੱਲ ਸੀ ਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਚਰਨ ਪਾਏ, ਗੁਰੂ ਨਾਨਕ ਸਾਹਿਬ ਉੱਥੇ ਘੁੰਮੇ, ਗੁਰੂ ਨਾਨਕ ਸਾਹਿਬ ਨੇ ਉੱਥੇ ਨੂੰ ਰੰਗ ਭਾਗ ਲਾਏ। ਇੱਕ ਮਹਾਂਪੁਰਖ ਦਾ ਜਾਣਾ ਤਾਂ ਬਹੁਤ ਚੰਗੀ ਗੱਲ ਹੈ, ਪਰ ਜੁੱਤੀਆਂ ਕਿਤੇ ਧਰਮ ਸਥਾਨਾਂ 'ਚ ਨਹੀਂ ਰੱਖੀਆਂ ਜਾਂਦੀਆਂ। ਇਹ ਕਹਿਣ ਦਾ ਇੱਕ ਅੰਦਾਜ਼ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਚਰਨ ਪਾਏ। ਭਾਈ ਗੁਰਦਾਸ ਗੁਰੂ ਨਾਨਕ ਦਾ ਸੇਵਕ ਹੈ, ਉਹਨਾਂ ਨੇ ਤਾਂ ਗੁਰੂ ਨਾਨਕ ਦੀ ਵਡਿਆਈ ਕਰਨੀ ਹੀ ਕਰਨੀ ਹੈ। ਹੁਣ ਜੇ ਮੱਕਾ ਘੁੰਮ ਗਿਆ ਤਾਂ ਕੱਲ ਨੂੰ ਕੋਈ ਸਾਧ ਆ ਕੇ ਆਖੇ, ਚਾਹੇ ਉਹ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ, ਕਿ ਮੈਂ ਇੱਧਰ ਮੂੰਹ ਕਰਕੇ ਬੈਠਾ ਸੀ, ਮੈਨੂੰ ਤੇ ਲੱਗਿਆ ਦਰਬਾਰ ਸਾਹਿਬ ਘੁੰਮ ਗਿਆ ਸਿੱਖਾਂ ਦਾ ਗੁਰਦੁਆਰਾ, ਤੇ ਅਸੀਂ ਮੰਨ ਲਵਾਂਗੇ ਤੇ ਅਸੀਂ ਉਹਨੂੰ ਆਖਾਂਗੇ ਮੂਰਖ ਕਿਤੋਂ ਦਾ ਬੰਦਾ, ਇਹ ਸਾਡੇ ਦਰਬਾਰ ਸਾਹਿਬ ਨੂੰ ਘੁਮਾਈ ਜਾਂਦਾ, ਇਹਦੀ ਹਿੰਮਤ ਕਿਵੇਂ ਪਈ ਹੈ ਕਹਿਣ ਦੀ। ਪਰ ਅਸੀਂ ਨਾ ਸਮਝੀ ਦੇ ਕਾਰਨ ਅਜੇ ਵੀ ਮੱਕੇ ਨੂੰ ਘੁਮਾਈ ਜਾਂਦੇ ਆ। ਗੁਰੂ ਪਿਆਰ ਵਾਲਿਓ, ਅਸੀਂ ਤਾਂ ਦਿਉਰਾ ਵੀ ਘੁਮਾ ਦਿੱਤਾ, ਕਹਿੰਦੇ ਜੀ ਨਾਮਦੇਵ ਨੇ ਦਿਉਰਾ ਘੁਮਾ ਦਿੱਤਾ ਸੀ, ਕਦੀ ਬਿਲਡਿੰਗਾਂ ਨਹੀਂ ਘੁੰਮਿਆ ਕਰਦੀਆਂ। ਉਹ ਭਲਿਓ ਇੱਥੇ ਜੇ ਇੰਨੀ ਸ਼ਕਤੀ ਸੀ, ਜਿਵੇਂ ਕਿ ਮੈਂ ਬਹੁਤ ਪ੍ਰਚਾਰਕਾਂ ਤੋਂ ਸੁਣਿਆ, ਲੇਖਕਾਂ ਦਾ ਲਿਖਿਆ ਹੋਇਆ ਪੜ੍ਹਿਆ, ਜੇ ਗੁਰੂ ਨਾਨਕ ਸਾਹਿਬ ਦੇ ਵਿੱਚ ਇੰਨੀ ਸ਼ਕਤੀ ਸੀ ਮੱਕੇ ਨੂੰ ਘੁਮਾ ਸਕਦੇ ਆ, ਤਾਂ ਬਾਬਰ ਵਰਗੇ ਨੂੰ ਜ਼ੁਲਮ ਕਰਨ ਤੋਂ ਉਹ ਰੋਕ ਦਿੰਦੇ, ਤੇ ਬਾਕੀ ਗੁਰੂ ਸਾਹਿਬ ਜਹਾਂਗੀਰ ਵਰਗਿਆਂ ਨੂੰ ਜ਼ੁਲਮ ਕਰਨ ਤੋਂ ਰੋਕ ਦਿੰਦੇ, ਔਰੰਗਜ਼ੇਬ ਨੂੰ ਜ਼ੁਲਮ ਕਰਨ ਤੋਂ ਰੋਕ ਦਿੰਦੇ, ਜ਼ਕਰੀਆ ਖਾਨ ਨੂੰ, ਸੂਬਾ ਸਰਹੰਦ ਵਜ਼ੀਰ ਖਾਨ ਨੂੰ ਜ਼ੁਲਮ ਕਰਨ ਤੋਂ ਰੋਕ ਦਿੰਦੇ। ਪਰ ਉਦੋਂ ਤਾਂ ਆਪਣੀ ਸ਼ਕਤੀ ਵਰਤੀ ਕੋਈ ਨਹੀਂ, ਆਪਣੀਆਂ ਜਾਨਾਂ ਤੱਕ ਵਾਰਨੀਆਂ ਪੈ ਗਈਆਂ, ਸ਼ਹੀਦ ਹੋ ਗਏ, ਬੱਚੇ ਵੀ ਉਹਨਾਂ ਨੇ ਸ਼ਹੀਦ ਕਰ ਦਿੱਤੇ। ਉਹ ਭਲਿਓ ਲੋਕੋ, ਆਪਣੀ ਅਕਲ ਦੀ ਵਰਤੋਂ ਕਰ ਲਓ, ਮੱਕਾ ਹੀ ਘੁਮਾਈ ਜਾਓਗੇ ਕਿ ਕਦੀ ਆਪਣੇ ਦਿਮਾਗ ਨੂੰ ਵੀ ਘੁਮਾਓਗੇ, ਟਿਕਾਣੇ ਸਿਰ ਲਿਆਓਗੇ। ਤੁਸੀਂ ਤੇ ਅੱਜ ਸਮਝਣ ਨੂੰ ਵੀ ਤਿਆਰ ਨਹੀਂ ਕਿ ਇਹਨਾਂ ਗੱਲਾਂ ਦੇ ਭਾਵ ਅਰਥ ਹੋਇਆ ਕਰਦੇ ਨੇ। ਮੈਂ ਡਾਕਟਰ ਇੰਦੂ ਭੂਸ਼ਣ ਬੈਨਰਜੀ, ਇੱਕ ਬੰਗਾਲੀ ਦਾ ਇਤਿਹਾਸਕਾਰ ਹੋਇਆ, ਬੰਗਾਲੀ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਉਹਨੇ ਕਿਤਾਬ ਲਿਖੀ ਸੀ ਸਿੱਖ ਮਤ ਦਾ ਪਰਿਵਰਤਨ। ਤਾਂ ਉਸ ਕਿਤਾਬ ਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਜਿਹੜਾ ਵੀ ਮੁਸਲਮਾਨ ਉਧਰੋਂ ਭਾਰਤ ਤੇ ਹਮਲਾ ਕਰਨ ਆਉਂਦਾ ਸੀ, ਈਰਾਨ, ਅਫਗਾਨਿਸਤਾਨ ਵਗੈਰਾ ਦੇ ਵਿੱਚੋਂ, ਉਹਨਾਂ ਚੋਂ ਬਹੁਤੇ ਬੰਦੇ ਵੱਡੀਆਂ ਵੱਡੀਆਂ ਮਸਜਿਦਾਂ ਦੇ ਵਿੱਚ ਮੌਲਵੀਆਂ ਤੋਂ ਅਰਦਾਸ ਕਰਾ ਕੇ ਆਉਂਦੇ ਸੀ ਕਿ ਮੈਂ ਸਫਲਤਾ ਹਾਸਲ ਕਰਾਂ, ਭਾਰਤ ਨੂੰ ਲੁੱਟਾਂ ਅਤੇ ਸਹੀ ਸਲਾਮਤ ਵਾਪਸ ਮੁੜ ਕੇ ਆਵਾਂ। ਮੱਕੇ ਦੇ ਵਿੱਚ ਵੀ ਅਰਦਾਸਾਂ ਕਰਾਈਆਂ ਜਾਂਦੀਆਂ ਸੀ। ਤੇ ਗੁਰੂ ਨਾਨਕ ਸਾਹਿਬ ਨੇ ਮੌਲਵੀਆਂ ਨੂੰ ਆਖਿਆ, ਉਹ ਭਲਿਓ ਤੁਹਾਡੇ ਇੱਥੋਂ ਜਿਹੜੇ ਧਾੜ ਵੀ ਜਾਂਦੇ ਨੇ, ਇਹ ਸਾਰੇ ਦੇਸ਼ ਨੂੰ ਲੁੱਟਦੇ ਨੇ, ਬਰਬਾਦ ਕਰਦੇ ਨੇ, ਕਤਲ ਕਰਦੇ ਨੇ, ਮੰਦਰਾਂ ਮੂਰਤੀਆਂ ਨੂੰ ਤੋੜਦੇ ਨੇ, ਢਾਉਂਦੇ ਨੇ, ਲੋਕਾਂ ਨੂੰ ਅਪਮਾਨਿਤ ਕਰਦੇ ਨੇ, ਨੂੰਹਾਂ ਧੀਆਂ ਨੂੰ ਜਬਰੀ ਚੁੱਕ ਲਿਆਉਂਦੇ ਨੇ। ਤੁਸੀਂ ਧਰਮੀ ਲੋਕ ਘੱਟੋ ਘੱਟ ਇਹਨਾਂ ਦਾ ਸਾਥ ਨਾ ਦਿਓ, ਇਹਨਾਂ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਨਾ ਕਰੋ, ਇਹਨਾਂ ਦੀਆਂ ਭੇਟਾਂ ਪੂਜਾਵਾਂ ਤੁਸੀਂ ਨਾ ਲਓ, ਤੁਸੀਂ ਕਾਹਦੇ ਧਰਮੀ ਹੋ। ਸੱਚ ਜਾਣਿਓ, ਇੰਦੂ ਭੂਸ਼ਣ ਬੈਨਰਜੀ ਦੇ ਕਹਿਣ ਦੇ ਲਿਖਣ ਦੇ ਮੁਤਾਬਕ
ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਅਸੀਂ ਤੁਹਾਡੇ ਅੱਗੇ ਸਿਰ ਝੁਕਾਉਂਦੇ ਹਾਂ, ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ, ਅਸੀਂ ਇਹਨਾਂ ਧਾੜਵੀਆਂ ਦਾ ਕਦੇ ਸਾਥ ਨਹੀਂ ਦੇਵਾਂਗੇ, ਅਰਦਾਸਾਂ ਨਹੀਂ ਕਰਾਂਗੇ। ਭਾਵੇਂ ਕਿ ਧਾੜਵੀ ਬਾਬਰ ਤੋਂ ਬਾਅਦ ਵੀ ਆਉਂਦੇ ਤਾਂ ਰਹੇ ਨੇ ਤੇ ਸਾਨੂੰ ਲਿਖਤੀ ਰੂਪ 'ਚ ਉਹਨਾਂ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਧਰ ਅਰਦਾਸਾਂ ਹੋਈਆਂ ਨੇ ਕਿ ਨਹੀਂ ਹੋਈਆਂ ਨੇ। ਪਰ ਇੰਦੂ ਭੂਸ਼ਣ ਬੈਨਰਜੀ ਕਹਿੰਦਾ ਹੈ ਕਿ ਜਦੋਂ ਔਰੰਗਜ਼ੇਬ ਨੇ ਬਹੁਤ ਸਾਰੇ ਪਾਪ ਕਰਮ ਭਾਰਤ ਦੇ ਵਿੱਚ ਕਰ ਦਿੱਤੇ ਤੇ ਹੋਰ ਅਜੇ ਕਰਨੇ ਬਾਕੀ ਸਨ, ਇਹਨੇ ਆਪਣੇ ਬੰਦਿਆਂ ਨੂੰ ਬਹੁਤ ਸਾਰਾ ਸੋਨਾ ਚਾਂਦੀ ਅਤੇ ਹੀਰੇ ਜਵਾਹਰਾਤ ਦੇ ਕੇ ਮੱਕੇ ਭੇਜਿਆ ਤੇ ਆਖਿਆ ਕਿ ਔਰੰਗਜ਼ੇਬ ਵੱਲੋਂ ਉਥੋਂ ਤੁਹਾਡੇ ਵਾਸਤੇ ਦਾਨ ਪੁੰਨ ਦਾ ਇਹ ਮੈਟਰ ਆਇਆ, ਇਹ ਸਮਾਨ ਆਇਆ, ਤੁਸੀਂ ਇਹਨੂੰ ਪ੍ਰਵਾਨ ਕਰੋ, ਔਰੰਗਜ਼ੇਬ ਨੂੰ ਤੁਸੀਂ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਆਸ਼ੀਰਵਾਦ ਦਿਓ। ਤੇ ਉਹਨਾਂ ਮੌਲਵੀਆਂ ਨੇ ਜਦੋਂ ਇਹ ਸਾਰਾ ਕੁਝ ਸੁਣਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਉਹ ਲੁੱਟ ਦਾ ਸਮਾਨ, ਉਹ ਕਤਲੋ ਗਾਰਤ ਦਾ ਸਮਾਨ, ਉਹ ਜ਼ਾਲਮਾਨਾ ਢੰਗ ਨਾਲ ਇਕੱਠਾ ਕੀਤਾ ਹੋਇਆ ਧਨ ਦੌਲਤ ਅਸੀਂ ਉਹ ਨਹੀਂ ਲਵਾਂਗੇ, ਇਹਨੂੰ ਲੈ ਜਾਓ ਉੱਥੋਂ ਚੁੱਕ ਕੇ, ਅਸੀਂ ਔਰੰਗਜ਼ੇਬ ਦੀ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕਰਾਂਗੇ। ਮੈਂ ਪੜ੍ਹ ਕੇ ਹੈਰਾਨ ਰਹਿ ਗਿਆ। ਉਹ ਔਰੰਗਜ਼ੇਬ ਦੇ ਭੇਜੇ ਹੋਏ ਜਿਹੜੇ ਸੇਵਕ ਸੀ ਮੱਕੇ ਚੋਂ ਸ਼ਰਮਸ਼ਾਰ ਹੋ ਕੇ ਉਹ ਮਦੀਨੇ ਚਲੇ ਗਏ। ਮਦੀਨੇ ਵਾਲਿਆਂ ਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ ਸੀ। ਫਿਰ ਉਹਨਾਂ ਮਦੀਨੇ ਵਾਲਿਆਂ ਨੇ ਉਹ ਸਮਾਨ ਰੱਖ ਲਿਆ, ਧਨ ਦੌਲਤ ਰੱਖ ਲਈ ਤੇ ਅਰਦਾਸ ਕਰ ਦਿੱਤੀ। ਪਰ ਉਦੋਂ ਮੁੜ ਕੇ ਔਰੰਗਜ਼ੇਬ ਨੂੰ ਜਦੋਂ ਆ ਕੇ ਦੱਸਿਆ ਉਹਦੇ ਸੇਵਕਾਂ ਨੇ, ਉਹਦਾ ਹੌਸਲਾ ਢਹਿਣਾ ਸ਼ੁਰੂ ਹੋ ਗਿਆ ਕਿ ਮੇਰੇ ਧਰਮ ਦੇ ਮੁਖੀ ਵੀ ਹੁਣ ਮੇਰੇ ਵਿਰੁੱਧ ਹੋ ਗਏ ਨੇ। ਤਾਂ ਇਸੇ ਕਰਕੇ ਉਹ ਬਾਅਦ ਦੇ ਵਿੱਚ ਬਹੁਤ ਨਮੋਸ਼ੀ ਦੀ ਹਾਲਤ ਦੇ ਵਿੱਚ ਮਰਿਆ ਹੈ। ਗੁਰੂ ਪਿਆਰ ਵਾਲਿਓ, ਹੁਣ ਭਾਈ ਗੁਰਦਾਸ ਨੇ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਕੱਲਾ ਮੱਕਾ ਹੀ ਨਹੀਂ ਘੁਮਾਇਆ, ਜੇ ਘੁਮਾਉਣ ਹੀ ਲੱਗੇ ਆਪਾਂ ਫਿਰ ਸਾਰੀਆਂ ਚੀਜ਼ਾਂ ਨੂੰ ਘੁਮਾ ਲਈਏ। ਅੱਗੇ ਪੜ੍ਹ ਕੇ ਵੇਖ ਲਓ, ਗੜ ਬਗਦਾਦ ਨਿਵਾਏ ਕਾ ਮੱਕਾ ਮਦੀਨਾ ਸਭ ਨਿਵਾਇਆ। ਉੱਥੇ ਗੜ ਮੈਨੇ ਕਿਲਾ ਹੁੰਦਾ ਹੈ, ਬਗਦਾਦ ਅਤੇ ਬਗਦਾਦ ਦਾ ਕਿਲਾ ਵੀ ਗੁਰੂ ਨਾਨਕ ਸਾਹਿਬ ਨੇ ਘੁਮਾ ਦਿੱਤਾ, ਨੀਵਾਂ ਕਰ ਦਿੱਤਾ, ਮੱਕਾ ਵੀ ਘੁਮਾ ਦਿੱਤਾ ਤੇ ਮਦੀਨਾ ਵੀ ਘੁਮਾ ਦਿੱਤਾ। ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਣਾਇਆ। ਸਿੱਧਾਂ ਦੀਆਂ ਮੰਡਲੀਆਂ ਨੂੰ ਵੀ ਨੀਵੀਆਂ ਕਰ ਦਿੱਤਾ, ਉਹਨਾਂ ਦੇ ਕੀਤੇ ਕੰਮਾਂ ਨੂੰ ਪਖੰਡ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੇ, ਸੱਚੇ ਪਾਤਸ਼ਾਹ ਨੇ। ਪਾਤਾਲਾਂ ਆਕਾਸ਼ ਲੱਖ ਜੀਤੀ ਧਰਤੀ ਜਗਤ ਸਭਾਇਆ। ਗੁਰੂ ਨਾਨਕ ਸਾਹਿਬ ਨੇ ਤਾਂ ਸਾਰੀ ਧਰਤੀ ਜਿੱਤ ਲਈ, ਆਕਾਸ਼ ਪਤਾਲ ਜਿੱਤ ਲਏ। ਹੁਣ ਕਦੇ ਸੋਚ ਕੇ ਦੇਖੋ, ਕੀ ਗੁਰੂ ਨਾਨਕ ਸਾਹਿਬ ਨੇ ਇਹਨਾਂ ਤੇ ਜਿੱਤ ਹਾਸਲ ਕਰਕੇ ਆਪਣਾ ਰਾਜ ਕਾਇਮ ਕਰ ਲਿਆ ਸੀ? ਇਹ ਕੇਵਲ ਵਿਆਜ ਅਲੰਕਾਰ ਹੁੰਦੇ ਨੇ, ਕਹਿਣ ਦਾ ਅੰਦਾਜ਼ ਹੁੰਦਾ ਹੈ, ਆਪਣੇ ਮਹਾਂਪੁਰਖ ਨੂੰ ਵਡਿਆਈ ਕਰਨ ਦਾ ਇੱਕ ਢੰਗ ਹੁੰਦਾ ਹੈ। ਭਾਈ ਗੁਰਦਾਸ ਜੀ ਵਧੀਆ ਢੰਗ ਨਾਲ ਉਹ ਵਡਿਆਈ ਕਰ ਰਹੇ ਨੇ, ਪਰ ਇਹ ਗੱਲਾਂ ਦੇ, ਇਹਨਾਂ ਚੀਜ਼ਾਂ ਦੇ ਅਖਰੀ ਅਰਥ ਨਹੀਂ ਹੋ ਸਕਦੇ। ਜੀਤੇ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਉਹ ਗੁਰੂ ਸਾਹਿਬ ਨੇ 9 ਖੰਡ ਅਤੇ ਸਾਰੀ ਧਰਤੀ ਜਿੱਤ ਲਈ, ਸਤਨਾਮ ਦਾ ਚੱਕਰ ਫਿਰਾਇਆ। ਸਾਡੇ ਬਹੁਤ ਸਾਰੇ ਭਰਾ ਤਾਂ ਵਾਹਿਗੁਰੂ ਵਾਹਿਗੁਰੂ ਦੀਆਂ ਗੱਲਾਂ ਕਰਦੇ ਨੇ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ, ਪਰ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਨਾਮ ਦਾ ਚੱਕਰ ਫਿਰਾਇਆ। ਸਾਰੇ ਕਿਤੇ ਸਤਨਾਮ ਦਾ ਜਾਪ ਕਰਵਾ ਦਿੱਤਾ ਸ਼ੁਰੂ। ਕੀ ਹੋ ਗਿਆ ਸਾਰੇ ਕਿਤੇ? ਅੱਜ ਤੱਕ ਗੁਰਮਤਿ ਨੂੰ ਮੰਨਣ ਵਾਲੇ ਕਿੰਨੇ ਕੁ ਨੇ, ਸਮਝਣ ਵਾਲੇ ਕਿੰਨੇ ਕੁ ਨੇ? ਇਹ ਭਾਈ ਗੁਰਦਾਸ ਨੇ ਤਾਂ ਲਿਖ ਦਿੱਤਾ, ਪਰ ਇਹ ਲਾਗੂ ਨਹੀਂ ਹੋ ਸਕਿਆ। ਗੁਰੂ ਪਿਆਰ ਵਾਲਿਓ, ਇਹਨਾਂ ਦੇ ਭਾਵ ਅਰਥਾਂ ਨੂੰ ਸਮਝਦੀ ਹੁੰਦਾ। ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਪਾਇਆ। ਦੇਵਤੇ, ਦੈਂਤ, ਰਾਖਸ਼, ਚਿੱਤਰਗੁਪਤ ਆਦਿਕ ਸਾਰੇ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਏ ਆ ਕੇ। ਕੀ ਇਹ ਲੋਕ ਚਰਨੀ ਪੈ ਜਾਣਗੇ ਆ ਕੇ? ਕਿਤੇ ਇਹਨਾਂ ਦੀ ਹਸਤੀ ਹੈ? ਇਹ ਜਿਉਂਦੇ ਜਾਗਦੇ ਹੈਗੇ ਆ? ਇੰਦਰਾਸਣ ਅਪਸਰਾਂ ਰਾਗ ਰਾਗਣੀ ਮੰਗਲ ਗਾਇਆ। ਇਹ ਬਹੁਤ ਸਾਰੀਆਂ ਅਪਸਰਾਵਾਂ ਜਾਣੀ ਕਿ ਦੇਵੀਆਂ, ਸੁੰਦਰ ਔਰਤਾਂ, ਉਹ ਵੀ ਗੁਰੂ ਨਾਨਕ ਸਾਹਿਬ ਦੇ ਗੀਤ ਗਾਉਣ ਲੱਗੀਆਂ। ਉਹਨਾਂ ਨੇ ਵੀ ਆ ਕੇ ਚਰਨਾਂ ਤੇ ਨਮਸਕਾਰ ਕੀਤੀ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਭਾਈ ਗੁਰਦਾਸ ਜੀ ਦਾ ਕਹਿੰਦੇ ਨੇ ਸਾਰੇ ਸੰਸਾਰ ਦੇ ਵਿੱਚ ਆਨੰਦ ਅਵਸਥਾ ਹੋ ਗਈ, ਤੇ ਕਿਉਂਕਿ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਤਾਰਨ ਵਾਸਤੇ ਆਏ ਸੀ। ਕੀ ਸੋਚ ਕੇ ਦੇਖੋ, ਆਨੰਦ ਅਵਸਥਾ ਵਾਪਰ ਗਈ ਹੈ ਸਾਰੀ ਦੁਨੀਆ ਦੇ ਵਿੱਚ। ਅੱਜ ਜੰਗ ਨਹੀਂ ਹੁੰਦੇ, ਕਤਲੋ ਗਾਰਤ ਨਹੀਂ ਹੁੰਦੇ, ਚੋਰੀਆਂ ਡਾਕੇ ਨਹੀਂ ਹੁੰਦੇ, ਤੇ ਇੱਥੇ ਲੁੱਟਾਂ ਖੋਹਾਂ ਨਹੀਂ ਹੁੰਦੀਆਂ, ਔਰਤਾਂ ਦਾ ਅਪਮਾਨ ਨਹੀਂ ਹੁੰਦਾ, ਅਮੀਰ ਗਰੀਬ ਇੱਥੇ ਨਹੀਂ ਹੈ, ਤੇ ਫਿਰ ਕਿਵੇਂ ਹੋਇਆ ਆਨੰਦ ਸਾਰੇ ਕਿਤੇ? ਗੁਰੂ ਪਿਆਰ ਵਾਲਿਓ, ਇਹ ਅਲੰਕਾਰਕ ਭਾਸ਼ਾ ਹੁੰਦੀ ਹੈ। ਇਹਨੂੰ ਸਮਝਣ ਦਾ ਭਾਵ ਹੁੰਦਾ ਹੈ ਕਿ ਇਹਦੇ ਭਾਵ ਅਰਥ ਕਰਨੇ ਹੁੰਦੇ ਨੇ। ਕੱਲ ਤਾਂ ਹਿੰਦੂ ਮੁਸਲਮਾਨ ਨਿਵਾਇਆ। ਗੁਰੂ ਨਾਨਕ ਦੇ ਅੱਗੇ ਹਿੰਦੂ ਅਤੇ ਮੁਸਲਮਾਨ ਵੀ ਦੋਵੇਂ ਨਿਮ ਗਏ। ਭਲਿਓ, ਜੇ ਦੋਵੇਂ ਨਿਮ ਗਏ ਹੁੰਦੇ ਤਾਂ ਬਾਅਦ ਦੇ ਵਿੱਚ ਸਿੱਖਾਂ ਨੂੰ ਕਤਲ ਕਿਉਂ ਕਰਦੇ ਰਹੇ ਨੇ? ਸਿੱਖਾਂ ਦੇ ਸਿਰਾਂ ਦੇ ਮੁੱਲ ਕਿਉਂ ਪਾਉਂਦੇ ਰਹੇ ਨੇ? ਤੇ ਅੱਜ ਵੀ ਅਸੀਂ ਕੋਈ ਬਹੁਤਾ ਸੁਖੀ ਜੀਵਨ ਨਹੀਂ ਬਤੀਤ ਕਰ ਰਹੇ। ਅੱਜ ਵੀ ਬੇਅੰਤ ਸਾਡੇ ਤੇ ਮੁਸੀਬਤਾਂ ਨੇ, ਤੇ ਗੁਰੂ ਨਾਨਕ ਸਾਹਿਬ ਨੇ ਤਾਂ ਸਾਰਿਆਂ ਨੂੰ ਜਿੱਤ ਲਿਆ ਸੀ।
ਫਿਰ ਇਹ ਸਾਰਾ ਕੁਝ ਅੱਜ ਸਾਨੂੰ ਕਿਉਂ ਨਜ਼ਰ ਨਹੀਂ ਆ ਰਿਹਾ ਤੇ ਕਿਉਂ ਸਾਨੂੰ ਪ੍ਰਾਪਤ ਨਹੀਂ ਹੋਇਆ? ਇਹ ਤਾਂ ਗੁਰੂ ਪਿਆਰ ਵਾਲਿਓ, ਇਹ ਭਾਵ ਅਰਥਾਂ ਦੀਆਂ ਗੱਲਾਂ ਲੈਣੀਆਂ ਨੇ, ਤੇ ਗੁਰਬਾਣੀ ਦੇ ਵਿੱਚ ਵੀ ਭਾਵ ਅਰਥ ਬਹੁਤ ਥਾਵਾਂ ਤੇ ਸਾਨੂੰ ਕਰਨੇ ਪੈਂਦੇ ਨੇ। ਜੇ ਨਹੀਂ ਕਰਾਂਗੇ ਤੇ ਲੋਕਾਂ ਤੋਂ ਬੇਇੱਜ਼ਤੀ ਕਰਾਵਾਂਗੇ, ਕਿਉਂਕਿ ਉਸ ਤਰ੍ਹਾਂ ਦੀ ਗੱਲ ਹੋ ਹੀ ਨਹੀਂ ਸਕਦੀ। ਜਿਹੜੇ ਵੀਰ ਕਰਾਮਾਤਾਂ ਨੂੰ ਮੰਨਦੇ ਨੇ ਕਿ ਮੱਕਾ ਘੁੰਮਣ ਦਾ ਮਤਲਬ ਸੱਚੀ ਮੁੱਚੀ ਮੱਕਾ ਘੁੰਮਣਾ ਹੀ ਹੈ, ਤੇ ਉਹਨਾਂ ਨੂੰ ਮੈਂ ਗੁਰਬਾਣੀ 'ਚੋਂ ਪੰਕਤੀਆਂ ਸਾਹਮਣੇ ਰੱਖਣ ਲੱਗੇ ਹਾਂ। ਗੁਰਬਾਣੀ 'ਚ ਇੱਕ ਥਾਂ ਤੇ ਲਿਖਿਆ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਵਜਾਵੇ, ਹਾਥੀ ਰਬਾਬ ਵਜਾਉਂਦਾ। ਤੁਸੀਂ ਵੇਖਿਆ ਕਿਤੇ ਹਾਥੀ ਰਬਾਬ ਵਜਾਉਂਦਾ? ਜੇ ਇਹਦੇ ਅੱਖਰੀ ਅਰਥ ਕਰੋਗੇ ਤਾਂ ਹਾਥੀਆਂ ਨੂੰ ਰਬਾਬ ਵਜਾਉਂਦੇ ਵੇਖਣਾ ਪਊਗਾ। ਬਲਦ ਪਖਾਵਜ, ਬਲਦ ਵੀ ਸਾਜ਼ ਵਜਾਉਂਦਾ, ਕਊਆ ਤਾਲ ਵਜਾਵੇ, ਤੇ ਜਿਹੜੀਆਂ ਖੜਤਾਲਾਂ ਕੌਲੀਆਂ ਨੇ, ਕਾਂ ਉਹ ਕੌਲੀਆਂ ਵਜਾਉਂਦਾ ਬੈਠ ਕੇ, ਸਾਰੇ ਕੀਰਤਨ ਕਰਨ ਲੱਗ ਪਏ। ਤੇ ਪਹਿਰ ਚੋਲਣਾ ਗਧਾ ਨਾਚੈ, ਭੈਂਸਾ ਭਗਤ ਕਰਾਵੇ, ਤੇ ਗਧੇ ਨੇ ਚੋਲਾ ਪਹਿਨ ਲਿਆ, ਉਹ ਵੀ ਸਾਰਿਆਂ ਦੇ ਵਿਚਕਾਰ ਆ ਕੇ ਨੱਚਣ ਲੱਗ ਪਿਆ, ਉਹ ਵੀ ਕੀਰਤਨ ਕਰਦਾ ਹੈ। ਇਸੇ ਤਰ੍ਹਾਂ ਝੋਟਾ ਹੈ ਜਿਹੜਾ, ਉਹ ਭਗਤੀ ਕਰਨ ਲੱਗ ਪਿਆ, ਚੌਂਕੜਾ ਮਾਰ ਕੇ ਬਹਿ ਗਿਆ। ਕਦੀ ਵੇਖੇ ਨੇ ਇਹ ਸਾਰਾ ਕੁਝ ਇਸ ਤਰ੍ਹਾਂ ਕਰਦੇ? ਗੁਰੂ ਪਿਆਰ ਵਾਲਿਓ, ਇਹਨਾਂ ਨੂੰ ਭਾਵ ਅਰਥਾਂ 'ਚ ਲੈਣਾ ਹੁੰਦਾ ਕਿ ਸਾਡਾ ਹਾਥੀ ਵਰਗਾ ਵਿਗੜਿਆ ਮਨ ਰਾਹ ਪੈ ਗਿਆ, ਗਧੇ ਵਰਗਾ ਵਿਗੜਿਆ ਮਨ ਸਹੀ ਗੱਲ ਤੇ ਸਹੀ ਰਾਹ ਤੇ ਆ ਗਿਆ। ਇਹ ਭਾਵ ਅਰਥ ਲੈਣੇ ਹੁੰਦੇ ਨੇ, ਨਾ ਕਿ ਅੱਖਰੀ ਅਰਥ ਕਰਨੇ ਹੁੰਦੇ ਨੇ। ਇਸ ਤਰ੍ਹਾਂ ਤਾਂ ਗੁਰਬਾਣੀ 'ਚ ਇਹ ਵੀ ਲਿਖਿਆ, ਜੋਏ ਖਸਮ ਹੈ ਜਾਇਆ, ਪੂਤ ਬਾਪ ਖਿਲਾਇਆ। ਔਰਤ ਨੇ ਆਪਣੇ ਪਤੀ ਨੂੰ ਜਨਮ ਦੇ ਦਿੱਤਾ। ਕਿਸੇ ਔਰਤ ਨੂੰ ਦੇਖਿਆ ਤੁਸੀਂ ਆਪਣੇ ਪਤੀ ਨੂੰ ਜਨਮ ਦਿੰਦੀ ਹੋਵੇ? ਇਹ ਤਾਂ ਕੇਵਲ ਭਾਵ ਅਰਥਾਂ 'ਚ ਲੈਣਾ ਹੁੰਦਾ ਹੈ। ਕੀ ਇੱਕ ਪੁੱਤਰ ਆਪਣੇ ਬਾਪ ਨੂੰ ਗੋਦੀ ਚੁੱਕ ਕੇ ਖਿਲਾਉਂਦਾ ਫਿਰਦਾ ਹੈ? ਭਾਵ ਕਿ ਪੁੱਤਰ ਪਹਿਲਾਂ ਜੰਮ ਪਿਆ ਤੇ ਪਿਤਾ ਮਗਰੋਂ ਜੰਮਿਆ, ਤੇ ਉਹਦਾ ਪਿਤਾ ਨੂੰ ਉਹ ਗੋਦੀ ਚੁੱਕ ਕੇ ਬੱਚਿਆਂ ਵਾਂਗੂ ਖਿਡਾਉਂਦਾ ਫਿਰਦਾ ਹੈ। ਇਹ ਵੇਖਿਆ ਕਦੀ? ਕਦੀ ਵੀ ਨਹੀਂ ਹੁੰਦਾ। ਇੱਥੇ ਤਾਂ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਇੱਥੋਂ ਤੱਕ ਵੀ ਕਹਿੰਦੇ, ਤੈਂ ਸਾਹਿਬ ਕੀ ਕੋਈ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਜੇ ਮੈਨੂੰ ਮੇਰੇ ਮਾਲਕ ਅਕਾਲ ਪੁਰਖ ਦੀ ਕੋਈ ਆ ਕੇ ਗੱਲ ਦੱਸੇ, ਮੈਂ ਉਹਨੂੰ ਕੀ ਦੇਵਾਂ? ਤੇ ਇਹ ਗੱਲ ਧਿਆਨ ਰੱਖਣਾ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਿ ਜਿਹੜਾ ਸਾਨੂੰ ਗੁਰਮਤਿ ਦੀ ਕੋਈ ਗੱਲ ਸੁਣਾਵੇ, ਅੱਜ ਅਸੀਂ ਆਪਣਾ ਸੀਸ ਕੱਟ ਕੇ ਉਹਦੇ ਅੱਗੇ ਰੱਖ ਦਿਆਂਗੇ, ਤੇ ਉਹਨੂੰ ਬੈਠਣ ਵਾਸਤੇ ਕੁਰਸੀ ਦੀ ਥਾਂ ਤੇ, ਮੂੜੇ ਦੀ ਥਾਂ ਤੇ ਆਪਣਾ ਸਿਰ ਕੱਟ ਕੇ ਦੇ ਦਿਆਂਗੇ। ਤੂੰ ਲੈ ਐ ਮੂੜੇ ਦੇ ਉੱਤੇ ਬਹਿ ਜਾ, ਮੈਂ ਆਪਣਾ ਸਿਰ ਕੱਟ ਕੇ ਤੇਰਾ ਮੂੜਾ ਬਣਾ ਦਿੱਤਾ, ਤੇ ਅਸੀਂ ਬਿਨਾਂ ਸਿਰ ਤੋਂ ਹੁਣ ਤੇਰੀ ਸੇਵਾ ਕਰਾਂਗੇ। ਕਦੀ ਕੋਈ ਸਿੱਖ ਇਸ ਤਰ੍ਹਾਂ ਦੀ ਸੇਵਾ ਕਰਦਾ ਵੇਖਿਆ? ਜਿਹੜੇ ਇਹ ਕਰਾਮਾਤਾਂ ਨੂੰ ਮੰਨਣ ਵਾਲੇ ਨੇ, ਉਹ ਆਪਣਾ ਸਿਰ ਕੱਟ ਕੇ ਇਸ ਤਰ੍ਹਾਂ ਰੱਖ ਦੇਣਗੇ? ਕਿਉਂਕਿ ਇਹ ਤਾਂ ਗੁਰਬਾਣੀ 'ਚ ਲਿਖਿਆ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਇਹ ਜਿਹੜੇ ਇਹੋ ਜਿਹੇ ਕਰਾਮਾਤਾਂ ਨੂੰ ਮੰਨਣ ਵਾਲੇ ਭਰਾ ਨੇ, ਉਹ ਇਹੋ ਜਿਹੇ ਹਵਾਲੇ ਵੀ ਦਿੰਦੇ ਨੇ, ਕਹਿੰਦੇ ਜੀ ਗੁਰੂ ਸਾਹਿਬ ਤਾਂ ਕਰਨ ਕਾਰਨ ਸਮਰੱਥ ਨੇ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਗੀਤਾ। ਮੈਂ ਉਹਨਾਂ ਨੂੰ ਸਵਾਲ ਕਰਦਾ ਹੁੰਨਾ ਕਿ ਇਸੇ ਗੁਰੂ ਅਰਜਨ ਸਾਹਿਬ ਨੇ ਇਹ ਵੀ ਤਾਂ ਲਿਖਿਆ ਹੋਇਆ, ਕਹਾਂ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਭਾਵ ਕਿ ਪਿੰਗਲੇ ਤੋਂ ਪਰਬਤ ਤੇ ਨਹੀਂ ਚੜ੍ਹਿਆ ਜਾਂਦਾ। ਜੇ ਪਿੰਗਲਾ ਪਰਬਤ ਤੇ ਚੜ੍ਹਦਾ, ਉਹਦਾ ਮਤਲਬ ਹੈ ਅਣਜਾਣ ਬੰਦਾ, ਮੂਰਖ ਬੰਦਾ ਗੁਰੂ ਦੀ ਮੱਤ ਲੈ ਕੇ ਚੰਗਾ ਅਕਲਮੰਦ ਬਣ ਜਾਂਦਾ, ਉਹ ਉੱਚੀਆਂ ਬੁਲੰਦੀਆਂ ਤੇ ਪਹੁੰਚ ਜਾਂਦਾ, ਜ਼ਿੰਦਗੀ 'ਚ ਕਾਮਯਾਬ ਹੋ ਜਾਂਦਾ। ਗੱਲਾਂ ਤਾਂ ਇਹ ਲੈਣੀਆਂ ਸੀ, ਅਸੀਂ ਤਾਂ ਅੱਖਰੀ ਅਰਥਾਂ ਨੂੰ ਪਕੜ ਕੇ ਬਹਿ ਗਏ। ਕਿਤੇ ਰੀਠਾ ਮਿੱਠਾ ਕਰਾਤਾ, ਤੇ ਕਿਤੇ ਪੱਥਰ ਨੂੰ ਪੰਜਾ ਲਗਵਾ ਦਿੱਤਾ, ਤੇ ਕਿਤੇ ਗੁਰੂ ਨਾਨਕ ਸਾਹਿਬ ਨੂੰ ਵੇਈ ਨਦੀ ਦੇ ਵਿੱਚ ਚੁੱਭੀਆਂ ਲਗਵਾ ਦਿੱਤੀਆਂ, ਕਿਤੇ ਸੱਚਖੰਡ ਉਡਾਰੀ ਮਾਰ ਕੇ ਭੇਜ ਦਿੱਤਾ, ਤੇ ਕਦੇ ਮਰਦਾਨਿਆਂ ਬੇਬੇ ਨਾਨਕੀ ਯਾਦ ਕਰਦੀ ਆ, ਫੁਲਕਾ ਫੁੱਲਿਆ ਹੋਇਆ, ਤੇ ਬੇਬੇ ਕਹਿੰਦੀ ਆ ਫੁਲਕਾ ਮੈਂ ਵੀਰ ਨਾਨਕ ਨੂੰ ਖਵਾਉਣਾ, ਚੱਲ ਮਾਰ ਉਡਾਰੀ ਮੀਟ ਅੱਖਾਂ, ਤੇ ਉਡਾਰੀ ਮਾਰ ਕੇ ਬੇਬੇ ਨਾਨਕੀ ਕੋਲੇ ਪਹੁੰਚ ਗਏ। ਉਹ ਭਲਿਓ, ਇਹਨਾਂ ਕਰਾਮਾਤਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ। ਕਰਾਮਾਤਾਂ ਇਹ ਹੈ, ਗੁਰੂ ਨਾਨਕ ਸਾਹਿਬ ਨੇ ਇੱਕ ਨਵੀਂ ਕੌਮ ਦੀ ਸਿਰਜਣਾ ਕਰ ਦਿੱਤੀ। ਸਾਨੂੰ ਪਖੰਡੀਆਂ ਨੂੰ, ਮੂਰਖਾਂ ਨੂੰ, ਗਧਿਆਂ ਵਰਗੇ ਲੋਕਾਂ ਨੂੰ ਬੰਦੇ ਬਣਨ ਦੀ ਪ੍ਰੇਰਨਾ ਦਿੱਤੀ। ਗੁਰਬਾਣੀ ਵਰਗਾ ਖਜ਼ਾਨਾ ਸਾਨੂੰ ਦਿੱਤਾ। ਆਪ ਬੇਅੰਤ ਉਪਦੇਸ਼ ਕੀਤੇ, ਪਰ ਉਪਕਾਰ ਕੀਤੇ, ਅਤੇ ਬਹਾਦਰੀ ਦੇ ਕਾਰਨਾਮੇ ਅਜਿਹੇ ਕੀਤੇ ਕਿ ਦੁਨੀਆ ਦੇ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਦਿੱਤੇ। ਇਹ ਜਿਹੜੀਆਂ ਵੱਡੀਆਂ ਕਰਾਮਾਤਾਂ ਸੀ, ਉਹ ਸਾਨੂੰ ਭੁੱਲ ਗਈਆਂ। ਹੁਣ ਅੱਖਾਂ ਮੀਟੋ, ਚੌਂਕੜੇ ਮਾਰੋ, ਤੇ ਕਰਾਮਾਤਾਂ ਨੂੰ ਯਾਦ ਕਰੋ ਕਿ ਰੱਬ ਤੁਹਾਡੇ ਆਪ ਹੀ ਕੰਮ ਸੰਵਾਰੇਗਾ। ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਸਾਡੇ ਦਿਮਾਗਾਂ 'ਚ ਇਹ ਪਾ ਦਿੱਤਾ। ਸਮਝੋ ਕਿ ਮੱਕਾ ਨਹੀਂ ਘੁੰਮਿਆ ਕਰਦਾ, ਉਹਨਾਂ ਦਾ ਦਿਮਾਗ ਘੁਮਾ ਦਿੱਤਾ। ਗੁਰੂ ਨਾਨਕ ਨੇ ਮੱਕਾ ਘੁੰਮ ਕੇ ਫਿਰ ਕੇ ਵੇਖਿਆ, ਤੇ ਜਿਹੜਾ ਮੱਕਾ ਘੁੰਮਿਆ ਨਹੀਂ, ਬਲਕਿ ਮੈਂ ਮੱਕੇ 'ਚ ਘੁੰਮਿਆ, ਮੈਂ ਘੁੰਮ ਕੇ ਆਇਆ। ਇਸ ਤਰ੍ਹਾਂ ਦੇ ਢੰਗ ਨਾਲ ਇਸ ਗੱਲ ਨੂੰ ਪੇਸ਼ ਕਰਨਾ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜਾਂ ਬਾਕੀ ਲੋਕ ਮੱਕੇ ਘੁੰਮ ਕੇ ਪ੍ਰਕਰਮਾ ਕਰਕੇ ਆਏ ਨੇ। ਮੱਕੇ ਦੀ ਬਿਲਡਿੰਗ ਨਹੀਂ ਘੁੰਮਿਆ ਕਰਦੀ, ਅਸੀਂ ਪ੍ਰਕਰਮਾ ਕਰਕੇ ਘੁੰਮ ਕੇ ਆਉਂਦੇ ਹਾਂ, ਤੇ ਆਪਣੇ ਦਿਮਾਗ ਨੂੰ ਟਿਕਾਣੇ ਸਿਰ ਲਿਆਉਣ ਦਾ ਧਰਮ ਸਥਾਨਾਂ 'ਚੋਂ ਯਤਨ ਕਰਨਾ ਹੁੰਦਾ। ਪਰ ਅਜੇ ਤੱਕ ਇਹ ਸਾਰਾ ਕੁਝ ਹੋ ਨਹੀਂ ਸਕਿਆ। ਇਤਨੇ ਇੱਕ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।